ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤ ਦੇ ਧਾਰਨੀ ਸਤਪੁਰਸ਼ ਸ੍ਰਿਸ਼ਟੀ ਦਾ ਸ਼ਿੰਗਾਰ ਹੋਇਆ ਕਰਦੇ ਹਨ। ਉਹ ਇੱਕ ਅਜਿਹੇ ਪਾਰਜਾਤ ਰੁੱਖ ਦੇ ਸਮਾਨ ਹੁੰਦੇ ਹਨ ਜਿਸ ਦੀ ਛਾਂ ਬਹੁਤ ਸੰਘਣੀ ਅਤੇ ਫਲ ਅਤਿ ਰਸਦਾਇਕ ਹੁੰਦੇ ਹਨ। ਉਹ ਚਲਦੀ ਫਿਰਦੀ ਯੂਨੀਵਰਸਿਟੀ ਦੀ ਤਰ੍ਹਾਂ ਹੁੰਦੇ ਹਨ ਜਿਸ ਤੋਂ ਜੀਵ ਨੂੰ ਜੀਵਨ ਦੇ ਹਰੇਕ ਪੱਖ ਸੰਬੰਧੀ ਗਿਆਨ ਅਤੇ ਜੀਵਨ ਦੀ ਸੇਧ ਮਿਲਦੀ ਹੈ। ਸਤਪੁਰਸ਼ਾਂ ਨੇ ਗੁਰਬਾਣੀ ਵਿੱਚ ਦੱਸੀ ਹੋਈ ਸੇਧ ਨੂੰ ਆਪਣੇ ਮਸਤਕ ਦਾ ਭਾਗ ਬਣਾਇਆ ਹੁੰਦਾ ਹੈ। ਇਸ ਲਈ ਉਹਨਾਂ ਦਾ ਹਰੇਕ ਬਚਨ ਅਤੇ ਹਰੇਕ ਕਰਮ ਜਗਿਆਸੂਆਂ ਲਈ ਚਾਨਣ ਮੁਨਾਰੇ ਵਾਂਗ ਮਾਰਗ ਦਰਸ਼ਨ ਕਰਦਾ ਹੈ। ਕਰਤਾ ਪੁਰਖ ਜੀ ਬੇਸ਼ੱਕ ਅਦ੍ਰਿਸ਼ਟ ਹਨ ਅਤੇ ਉਹਨਾਂ ਨੂੰ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ, ਪਰ ਉਸ ਅਦ੍ਰਿਸ਼ਟ ਵਾਹਿਗੁਰੂ ਜੀ ਨੂੰ ਅੰਤਰਾਤਮੇ ਜੁੜੇ ਹੋਏ ਸਤਪੁਰਸ਼ਾਂ ਵਿੱਚੋਂ ਉਹਨਾਂ ਦੇ ਨੂਰ ਤੋਂ ਪ੍ਰਤੱਖ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇਹਨਾਂ ਸਤਪੁਰਖਾਂ ਦੇ ਦਰਸ਼ਨ ਨਾਲ ਅੰਦਰ ਠੰਡ ਪੈਂਦੀ ਹੈ ਅਤੇ ਵਾਹਿਗੁਰੂ ਜੀ ਦੀ ਹੋਂਦ ਉੱਤੇ ਸਿਦਕ ਅਤੇ ਸ਼ਰਧਾ ਵੱਧ ਜਾਂਦੀ ਹੈ। ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਬੋਲ ਬਹੁਤ ਪਿਆਰ ਨਾਲ ਪੜ੍ਹਦੇ ਹਾਂ। ਸਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਅਜਿਹੇ ਗੁਰਮੁਖ ਪਿਆਰੇ ਜੋ ਨਾਮ ਦੇ ਵਿੱਚ ਅਭੇਦ ਹੋ ਚੁੱਕੇ ਸਨ, ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਮਸਤਕ ਦਾ ਭਾਗ ਬਣਾ ਲਿਆ ਸੀ। ਉਹਨਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਨਾਮ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਅਖੰਡ ਕੀਰਤਨੀਏ ਵਜੋਂ ਵੀ ਜਾਣਿਆ ਜਾਂਦਾ ਹੈ। ਅਖੰਡ ਕੀਰਤਨ ਕਰਦੇ ਕਰਦੇ ਆਪ ਜੀ ਨੂੰ ਅਜਿਹੀ ਮਸਤੀ ਚੜ੍ਹਦੀ ਸੀ ਕਿ ਆਪ ਕੀਰਤਨ ਦਾ ਹੀ ਰੂਪ ਹੋ ਜਾਂਦੇ ਸਨ। ਆਪ ਦੇ ਮਨ ਦੇ ਵਿੱਚ ਗੁਰਬਾਣੀ ਦੇ ਪਾਠ ਪ੍ਰਤੀ ਇਤਨੀ ਲਗਨ ਹੋ ਚੁੱਕੀ ਸੀ ਕਿ ਕਿਤਨਾ ਸਮਾਂ ਆਪ ਗੁਰਬਾਣੀ ਦਾ ਪਾਠ ਸੁਣਦੇ ਰਹਿੰਦੇ ਅਤੇ ਕਈ ਵਾਰ ਆਪ ਜੀ ਨੇ ਇੱਕੋ ਚੌਂਕੜੇ ਦੇ ਵਿੱਚ ਅਜਿਹੇ ਪਾਠਾਂ ਨੂੰ ਸਰਵਣ ਕੀਤਾ ਅਤੇ ਉਸ ਇਲਾਹੀ ਨਾਦ ਦਾ ਆਨੰਦ ਮਾਣਿਆ। ਭਾਈ ਰਣਧੀਰ ਸਿੰਘ ਜੀ ਗੁਰਬਾਣੀ ਦੇ ਅਜਿਹੇ ਆਸ਼ਿਕ ਹੋ ਚੁੱਕੇ ਸਨ ਕਿ ਉਹਨਾਂ ਨੂੰ ਗੁਰਬਾਣੀ ਤੋਂ ਬਿਨਾਂ ਕੁਝ ਸੁਝਦਾ ਹੀ ਨਹੀਂ ਸੀ। ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਜਾਪ, ਗੁਰਬਾਣੀ ਦੇ ਵਿੱਚ ਸਮਾ ਜਾਣਾ ਆਪ ਜੀ ਦਾ ਇੱਕੋ ਇੱਕ ਉਦੇਸ਼ ਪ੍ਰਤੀਤ ਹੁੰਦਾ ਹੈ। ਅੱਜ ਦਾ ਜੋ ਇਹ ਪ੍ਰਸੰਗ ਹੈ, ਇਹ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਲਿਆ ਗਿਆ ਹੈ। ਭਾਈ ਰਣਧੀਰ ਸਿੰਘ ਜੀ ਇਸ ਪ੍ਰਸੰਗ ਦੇ ਵਿੱਚ ਸਾਨੂੰ ਇੱਕ ਮਾਤਾ ਜੀ ਬਾਰੇ ਦੱਸਣਗੇ ਜੋ ਕਿ ਅਸਲ ਦੇ ਵਿੱਚ ਸੰਤ ਸਨ, ਬ੍ਰਹਮ ਗਿਆਨੀ ਸਨ ਅਤੇ ਉਸ ਮਸਤੀ ਦੇ ਵਿੱਚ ਆਏ ਹੋਏ ਸਨ ਜਿਸ ਬਾਰੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਰੰਗ ਹਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੀਰੀ ਬਾਜ ਸੱਚੇ ਨਾ। ਸੋ ਅਜਿਹੇ ਮਾਤਾ ਜੀ ਜੋ ਕਿ ਗੁਰਮਤਿ ਦੇ ਵਿੱਚ ਪ੍ਰਬੀਨ ਹੋ ਚੁੱਕੇ ਸਨ, ਨਾਮ ਬਾਣੀ ਦੇ ਵਿੱਚ ਅਭੇਦ ਹੋ ਚੁੱਕੇ ਸਨ, ਅਸਲ ਦੇ ਵਿੱਚ ਫਕਰ ਫਕੀਰ ਬਣ ਚੁੱਕੇ ਸਨ। ਮਾਈ ਗੁਲਾਬ ਕੌਰ ਜੀ ਜੋ ਸੱਤ ਦੇ ਵਿੱਚ ਹੀ ਗੁਲਾਬ ਦੀ ਭਾਂਤੀ ਖੁਸ਼ਬੂਆਂ ਵੰਡਣ ਵਾਲੇ ਸਨ, ਅੰਤਰਾਤਮੇ ਵਾਹਿਗੁਰੂ ਜੀ ਦੇ ਨੂਰ ਨਾਲ ਨੱਕੋ ਨੱਕ ਸਮੋਏ ਹੋਏ ਸਨ। ਉਹਨਾਂ ਨਾਲ ਸੰਬੰਧਿਤ ਇਹ ਪ੍ਰਸੰਗ ਭਾਈ ਰਣਧੀਰ ਸਿੰਘ ਜੀ ਨੇ ਲਿਖਿਆ ਹੈ। ਇੱਕ ਵਾਰ ਜਦੋਂ ਆਪ ਜੀ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਇੱਕੋ ਚੌਂਕੜੇ 'ਤੇ ਸਰਵਣ ਕੀਤਾ, ਉਸ ਤੋਂ ਬਾਅਦ ਇਹ ਘਟਨਾ, ਇਹ ਪ੍ਰਸੰਗ ਆਪ ਜੀ ਸਾਡੇ ਨਾਲ ਸਾਂਝਾ ਕਰਦੇ ਹਨ। ਭਾਈ ਰਣਧੀਰ ਸਿੰਘ ਜੀ ਲਿਖਦੇ ਹਨ ਕਿ ਉਸ ਅਖੰਡ ਪਾਠ ਦੀ ਗੋਝ ਕਲਾ ਦਾ ਇੱਕ ਵਰਣਨ ਕਰਨ ਯੋਗ ਸਿੱਟਾ ਇਹ ਨਿਕਲਿਆ ਕਿ ਦਾਸ ਨੂੰ ਨੌਕਰੀ ਛੱਡ ਕੇ ਮੁੜ ਆਵਣ ਦੀ ਸੋਝ ਪ੍ਰੇਰਨਾ ਹੋਈ ਅਤੇ ਦਾਸ ਦੇ ਹਿਰਦਿਓਂ ਇਹ ਜਾਚਨਾਮਈ ਪ੍ਰਾਰਥਨਾ ਸੁਤੇ ਸੁਭਾਵ ਹੀ ਸੁਫੁੱਟ ਹੋਈ ਕਿ ਅਜਿਹੇ ਅਖੰਡ ਸਮਾਗਮਾਂ ਦੇ ਆਨੰਦ ਲਹਿਰੇ ਲੈਂਦਿਆਂ
ਅਤੇ ਇਸ ਦੇ ਗੁਰਤੜੀ ਦਸ਼ਾ ਵਿੱਚ ਨਿਮਗਨ ਰਹਿੰਦਿਆਂ ਹੀ ਵਿਹਾਵੇ। ਅੰਤਰ ਆਤਮੇ ਹੋਈ ਇਸ ਪ੍ਰੇਰਨਾ ਤੋਂ ਬਾਅਦ ਦਾਸ ਨੂੰ ਧੁਨਕਾਰੀ ਹੁਕਮ ਰਜ਼ਾ ਦੀ ਆਵਾਜ਼ ਸੁਣਾਈ ਦਿੱਤੀ ਕਿ ਅਖੰਡ ਪਾਠਾਂ ਦੇ ਪ੍ਰਵਾਹ ਹੁਣ ਬਹੁਤ ਚੱਲਣਗੇ। ਜਾਓ ਰੱਜ ਰੱਜ ਕੇ ਅੰਮ੍ਰਿਤ ਭੁੰਚੋ ਤੇ ਰਲ ਮਿਲ ਕੇ ਪੀਵੋ ਦਾਦੇ ਦੇ ਅਖੁੱਟ ਖਜ਼ਾਨੇ ਵਿੱਚੋਂ, ਖਾਵੋ ਤੇ ਖਰਚੋ। ਭਾਈ ਰਣਧੀਰ ਸਿੰਘ ਜੀ ਲਿਖਦੇ ਹਨ ਕਿ ਅੰਤਰਾਤਮੇ ਹੋਈ ਇਸ ਪ੍ਰੇਰਨਾ ਤੋਂ ਬਾਅਦ ਮਾਨੋ ਮੈਨੂੰ ਘਰਾਂ ਵੱਲ ਮੁੜ ਆਉਣ ਦੀ ਪ੍ਰਤੱਖ ਆਗਿਆ ਮਿਲ ਗਈ। ਹੁਣ ਮੈਨੂੰ ਕੌਣ ਮੋੜੇ? ਮੋੜਨ ਵਾਲਿਆਂ ਨੇ ਬਥੇਰੇ ਬਹਾਨੇ ਵਾਹੇ, ਪਰ ਧੁਰ ਦੇ ਹੁਕਮ ਅੱਗੇ ਹੋਰ ਕਿਸੇ ਦੀ ਕੌਣ ਮੰਨੇ। ਨਾਲੇ ਪਿੱਛੋਂ ਖਿੱਚ ਅਗਮ ਦੀ ਪੈਂਦੀ ਸੀ, ਖਬਰ ਨਹੀਂ ਕੌਣ ਧੂੰਦਾ ਸੀ, ਅਤੇ ਐਬਟਾਬਾਦ ਦਾ ਵਸੇਬਾ ਹੁਣ ਔਖਾ ਪ੍ਰਤੀਤ ਹੁੰਦਾ ਸੀ, ਕਿਉਂਕਿ ਲੋਕਾਂ ਵੱਲੋਂ ਜੋ ਅਣਹੋਈ ਉਸਤਤ ਹੋਣ ਲੱਗ ਪਈ ਸੀ ਉਹ ਮੈਨੂੰ ਨਾ ਗਵਾਰ ਜੈਸੀ ਲੱਗਦੀ ਸੀ। ਜਿੱਧਰ ਜਾਣਾ ਐਵੇਂ ਭਗਤ ਬਾਬੂ ਕਹਿ ਕੇ ਲੋਕਾਂ ਨੇ ਦਾਸ ਦੇ ਖੁਰੜਿਆਂ ਨੂੰ ਚੰਬੜਨਾ। ਦਾਸ ਨੇ ਇਹ ਸਮਝ ਕੇ ਕਿ ਐਵੇਂ ਜਾਹ ਜਾਂਦੀ ਨਾ ਵਾਪਰ ਜਾਵੇ ਅਤੇ ਫੋਕੀ ਪ੍ਰਸਿੱਧਤਾਮਈ ਲੌਕਿਕ ਮਹਿਮਾ ਹੀ ਨਾ ਸੁਖਾਉਣ ਲੱਗ ਜਾਏ। ਜੇ ਐਸਾ ਹੋ ਗਿਆ ਫਿਰ ਗਏ ਗੁਜ਼ਰੇ ਤਾਂ ਤੇ ਇੱਥੋਂ ਖਿਸਕਣਾ ਹੀ ਚੰਗਾ ਹੈ। ਤਿਸ ਪਰ ਹੁਕਮ ਦਰਗਾਹੀ ਵੀ ਹੋ ਚੁੱਕਾ ਸੀ, ਪਰ ਉੱਥੋਂ ਦੀਆਂ ਸੰਗਤਾਂ ਨਹੀਂ ਚਾਹੁੰਦੀਆਂ ਸਨ ਕਿ ਦਾਸ ਉੱਥੋਂ ਕਿਤੇ ਵੱਲ ਜਾਵੇ, ਪਰੰਤੂ ਹੁਕਮ ਅੱਗੇ ਸਿਰ ਝੁਕਾਉਣਾ ਪਿਆ। ਅਰਦਾਸ ਸੋਧ ਕੇ ਓੜਕ ਉੱਥੋਂ ਤੁਰ ਹੀ ਪਏ। ਕਈ ਸੱਜਣ ਪ੍ਰੇਮ ਨਾਲ ਬਿਹਬਲ ਹੋਏ ਹਰੀਪੁਰ ਤਾਈਂ ਦਾਸ ਦੇ ਨਾਲ ਹੀ ਆਏ। ਇੱਥੇ ਹਰੀਪੁਰ ਵਿਖੇ ਇੱਕ ਪ੍ਰੀਤਮ ਪ੍ਰੇਮ ਦੇ ਅਖਾੜੇ ਵਿੱਚ ਪ੍ਰਵਾਨ ਹੋਈ ਵੀ ਰੂਹ ਰਹਿੰਦੀ ਸੀ, ਜਿਸ ਦੇ ਦਰਸ਼ਨਾਂ ਦੀ ਤਾਂਘ ਦਾਸ ਦੇ ਹਿਰਦੇ ਅੰਦਰ ਅਤ ਤੀਬਰ ਸੀ। ਹਰੀਪੁਰ ਦੇ ਸਿੰਘਾਂ ਦੇ ਵੀ ਉੱਥੇ ਦਰਸ਼ਨ ਹੋਏ, ਜੋ ਆਪ ਹੀ ਚੱਲ ਕੇ ਦਾਸ ਪਾਸ ਆ ਗਏ। ਪਰੰਤੂ ਦਾਸ ਦੀ ਲੋਚਾ ਤਾਂ ਉਸ ਪਵਿੱਤਰ ਪ੍ਰੇਮ ਦੀ ਅਵਧੀ ਵਾਲੀ ਭਗਤੀ ਦੀ ਪੁੰਜ ਮਾਈ ਗੁਲਾਬ ਕੌਰ ਦੇ ਉੱਜਲ ਦਿਦਾਰੇ ਦੀ ਪ੍ਰਾਪਤੀ ਹਿੱਤ ਪ੍ਰਬਲ ਹੋ ਰਹੀ ਸੀ, ਜਿਸ ਦੀ ਮਹਿਮਾਮਈ ਸਰੋਤ ਦਾਸ ਦੇ ਸਰਵਣਾ ਅੰਦਰ ਕਈ ਦਿਹਾੜਿਆਂ ਤੋਂ ਪੈ ਰਹੀ ਸੀ। ਇੱਥੇ ਕਿੰਚਿਤ ਬਿਰਤਾਂਤ ਇਹ ਸੁਲੱਖਣੀ ਸੰਤ ਭਗਤ ਮਾਈ ਦਾ ਵਰਣਨ ਕਰ ਦੇਣਾ ਵੀ ਦਾਸ ਅਤ ਲੋੜਵੰਦਾ ਸਮਝਦਾ ਹੈ, ਕਿਉਂਕਿ ਗੁਰੂ ਘਰ ਦੀ ਸੰਤ ਵਿਵਸਥਾ ਵਾਲੇ ਉੱਚ ਆਤਮ ਅਟਾਰੀਆਂ ਤੇ ਖੇਡਣ ਵਾਲੇ ਪਰਮਾਰਥੀ ਜੀਵਨ ਦੇ ਇਹ ਪਹਿਲੇ ਦਰਸ ਮਿਲਾਪ ਸਨ ਜੋ ਦਾਸ ਨੂੰ ਆਪਣੀ ਜੀਵਨ ਯਾਤਰਾ ਅੰਦਰ ਹੋਏ। ਮਾਈ ਗੁਲਾਬ ਕੌਰ ਜੀ ਦੇ ਬਾਰੇ ਅੱਗੇ ਭਾਈ ਰਣਧੀਰ ਸਿੰਘ ਜੀ ਲਿਖਦੇ ਹਨ ਕਿ ਇਸ ਮਾਈ ਦਾ ਪਤੀ ਇੱਕ ਬੜਾ ਗੁਰੂ ਘਰ ਦਾ ਪ੍ਰੇਮੀ ਤੇ ਸ਼ਰਧਾਲੂ ਸੀ। ਗੁਰਮੁਖ ਲਾਲ ਨੂੰ ਧਰਮ ਪਤਨੀ ਵੀ ਗੁਰਮੁਖ ਮਿਲੀ, ਜਿਸ ਦੇ ਪਤੀ ਬ੍ਰਤ ਧਰਮ ਦੇ ਪੂਰਨੇ ਆਪਣੀ ਮਿਸਾਲ ਆਪ ਹੀ ਰੱਖਦੇ ਹਨ। ਪਤੀ ਦੀ ਸੇਵਾ ਤੇ ਆਗਿਆਕਾਰੀ ਤੋਂ ਬਿਨਾਂ ਪਤੀ ਪ੍ਰੇਮ ਵਿੱਚ ਇੱਥੋਂ ਤਾਈਂ ਰੱਤੀ ਹੋਈ ਸੀ ਕਿ ਪਤੀ ਨੂੰ ਸੱਚਮੁੱਚ ਪਰਮੇਸ਼ਵਰ ਸਮਾਨ ਸਮਝ ਕੇ ਪੂਜਦੀ ਸੀ ਅਤੇ ਪਤੀ ਦੇ ਦਰਸ਼ਨਾਂ ਬਾਝੋਂ ਚੰਦ ਕੁਮਦਨੀ ਨਿਆਈ ਇੱਕ ਤਿਲ ਵੀ ਨਾ ਧਾਰਦੀ ਸੀ। ਪਤੀ ਦੀ ਆਗਿਆ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਤੇ 52 ਅੱਖਰੀ ਬਾਣੀਆਂ ਵੀ ਇਸ ਸੁਭਾਗੀ ਨੇ ਕੰਠ ਕਰ ਲਈਆਂ ਸਨ। ਗੁਰਮੰਤਰ ਸਿਮਰਨ ਦੀ ਚੌਪ ਐਸੀ ਨਹੀਂ ਸੀ ਜਿਤਨੀ ਕਿ ਆਪਣੇ ਪਤੀ ਦੇ ਦਰਸ਼ਨਾਂ ਵਿੱਚ ਮਗਨ ਰਹਿਣ ਦੀ ਪ੍ਰੇਮ ਲਗਨ। ਨਾਮ ਦਾ ਪ੍ਰਕਾਸ਼ ਅਜੇ ਨਹੀਂ ਸੀ ਹੋਇਆ ਕਿ ਕਰਤਾਰ ਦੇ ਭਾਣੇ ਅੰਦਰ ਗੁਰਮੁਖ ਪਤੀ ਹੋਰੀ ਸੱਚਖੰਡ ਚੱਲ ਵਸੇ। ਪਤੀ ਦੇ ਬਿਰਹੋਂ ਦੀ ਚੋਟ ਐਸੀ ਵੱਜੀ ਕਿ ਬਿਰਹੋ ਚੋਟ ਮਰਨ ਵਾਲੀਆਂ ਸਤੀਆਂ ਵਿੱਚੋਂ ਸੱਚਮੁੱਚ ਜਿਉਂਦੀ ਜਾਗਦੀ ਨਾਮ ਕਲਾ ਭਰਪੂਰ ਸਦਾ ਸੁਹਾਗਣ ਸਤੀ ਬਣ ਗਈ ਅਤੇ ਅੰਤਰ ਆਤਮਿਓ ਜੋਤ ਪ੍ਰਕਾਸ਼ੀ ਤੇ ਨੂਰ ਦਾ ਅੰਕੁਰ ਆਣ ਉਦੈ ਹੋਇਆ। ਆਪਣੇ ਪਤੀ ਦੇ ਦਰਸ ਕਮਲ ਦੀ ਭਵਰੇ ਵੱਤ ਮਸਤ ਮਾਈ ਹੁਣ ਚੋਜੀ ਗੁਰੂ ਕਰਤਾਰ ਦੇ ਚਰਨਾਂ ਕਮਲਾਂ ਦੀ ਮੌਜ ਵਾਲੇ ਰੰਗਾਂ ਵਿੱਚ ਮਸਤੂਲ ਮਸਤ ਹੋ ਗਈ। ਅਜੇ ਆਯੂ ਅਵਸਥਾ ਵੀ ਨਵਜੋਬਨ ਬਾਲੀ ਹੀ ਸੀ ਕਿ ਰੱਬੀ ਨੂਰ ਵਾਲਾ ਜਗਮਗਤਾ ਜੋਬਨ ਲਹਿ ਲਹਾ ਕੇ ਚੜ ਗਿਆ। ਗੁਰਮੁਖ ਲਾਲੋ ਲਾਲ
ਮਾਈ ਗੁਲਾਬ ਕੌਰ ਦੀਆਂ ਝੱਲ ਮਲੰਤੀਆਂ ਲਾਲੀਆਂ ਦੀ ਝਾਲ ਨਾ ਚੱਲੀ ਜਾਵੇ। ਇਸੇ ਬਿਰਹੋਂ ਮਸਤੀ ਵਿੱਚ ਝੂਲਦੇ ਹਾਥੀ ਦੀ ਨਿਆਈ ਨਿਰਭੈ ਪਦ ਨੂੰ ਪ੍ਰਾਪਤ ਹੋ ਚੁੱਕੀ ਨਵ ਜੋਬਨ ਬਾਲੜੀ ਮਾਈ ਘਰ-ਬਾਰ ਤੋਂ ਨਿਰਮੋਹ ਹੋ ਕੇ ਚੱਕਰਵਰਤੀ ਹੋ ਤੁਰੀ। ਪ੍ਰੇਮ ਤਣਾਵਾਂ ਅਜਿਹੀਆਂ ਕਸਵੀਆਂ ਖਿੱਚੀਆਂ ਗਈਆਂ ਕਿ ਅੱਠੇ ਪਹਿਰ ਲੋਚਨ ਨਾਮ ਦੀ ਤਾਰ ਲੱਗੀ ਰਹੇ। ਸਰੀਰ ਦੀ ਸੁੱਧ ਬੁੱਧ ਵਿਸਰ ਗਈ। ਨਾਮ ਆਧਾਰ ਵਿੱਚ ਸੰਤੁਸ਼ਟ ਚਲੂਲੇ ਰੰਗਾਂ ਵਿੱਚ ਲਾਲ ਗੁਲਾਲ ਮਾਈ ਗੁਲਾਬ ਕੌਰ ਦੀਆਂ ਅਨੇਕ ਬਚਿੱਤਰ ਲੀਲਾ ਤੇ ਕਹਾਣੀਆਂ ਹਨ। ਬਸਤੀ ਬਾਜ਼ਾਰੀ ਉਦਿਆਨ ਉਜਾੜ ਵਿੱਚ ਜਿੱਥੇ ਵੀ ਮਸਤ ਰੰਗਾਂ ਵਿੱਚ ਵਿਗਸੀ ਮੌਲੀ ਹੋਈ ਮਾਈ ਜਾ ਵਿਚਰੇ, ਉੱਥੇ ਹੀ ਗੁਲਜ਼ਾਰ ਬਣ ਜਾਵੇ। ਮਾਈ ਦੀ ਧਾਂਕ ਹਜ਼ਾਰੇ ਹਰੀਪੁਰ ਦੇ ਇਲਾਕੇ ਵਿੱਚ ਚਾਰ ਚੁਫੇਰੇ ਪੈ ਗਈ। ਰਸ ਪ੍ਰੇਮ ਰੰਗਾਂ ਵਿੱਚ ਬੇਪਰਵਾਹ ਮਾਈ ਬੋਲਣੋਂ ਕੁਣੋਂ ਪੀ ਰਹਿ ਖੜੋਤੀ। ਰੰਗ ਹਸਹੇ ਰੰਗ ਰੋਵਹੇ ਚੁੱਪ ਪੀ ਕਰ ਜਾਹੇ ਦਿਆਂ ਚੋਜਾਂ ਵਾਲੀ ਮਸਤ ਮਾਈ ਦੇ ਸਰੀਰ ਦੇ ਬਸਤਰ ਵੀ ਮਸਤਾਨੇ ਹੋ ਗਏ। ਓੜਕ ਪਰਮਹੰਸ ਮਾਈ ਦਾ ਇੱਕ ਕਾਲਾ ਕੰਬਲ ਤੇ ਕਸ਼ਹਿਰਾ ਹੀ ਰਹਿ ਗਿਆ। ਦਾਸ ਨੇ ਸਿੰਘਾਂ ਪਾਸੋਂ ਮਾਈ ਦੇ ਦਰਸ਼ਨ ਦੀ ਅਭਿਲਾਖਾ ਪ੍ਰਗਟ ਕੀਤੀ ਤਾਂ ਉਹ ਕਹਿਣ ਲੱਗੇ, ਜੀ ਉਹ ਤਾਂ ਨੇੜੇ ਵੀ ਕਿਸੇ ਨੂੰ ਨਹੀਂ ਆਉਣ ਦਿੰਦੀ, ਦੂਰੋਂ ਹੀ ਦੁਰਕਾਰ ਦਿੰਦੀ ਹੈ ਤੇ ਇੱਟਾਂ ਵੱਟਿਆਂ ਢੀਮਾਂ ਦੀ ਮਾਰ ਮਾਰ ਕੇ ਭਜਾ ਦਿੰਦੀ ਹੈ। ਕੋਈ ਡਰਦਾ ਮਾਰਿਆ ਉਸਦੇ ਨੇੜੇ ਨਹੀਂ ਜਾਂਦਾ, ਨਾ ਹੀ ਅੱਜ ਤੱਕ ਕਿਸੇ ਨਾਲ ਉਹ ਬੋਲਦੀ ਸੁਣੀ ਹੈ। ਆਪਣੇ ਮਨ ਵਿੱਚ ਹੀ ਉਹ ਗੰਭੀਰ ਗੁਪਤ ਗੋਸ਼ਟ ਉਚਰਦੀ ਰਹਿੰਦੀ ਹੈ। ਉਸ ਦੇ ਨੇੜੇ ਢੁਕਣਾ ਕੋਈ ਮਾੜੀ ਧੀੜੀ ਗੱਲ ਨਹੀਂ। ਜੇ ਦੂਰੋਂ ਦਰਸ਼ਨ ਕਰਨਾ ਹੈ ਤਾਂ ਕਰਾ ਲਿਆਉਂਦੇ ਹਾਂ, ਜੇ ਆਪ ਨੇ ਅੱਗੇ ਉਸਦੇ ਕੋਲ ਜਾਣਾ ਹੋਇਆ ਤਾਂ ਅਸੀਂ ਪਿੱਛੇ ਮੁੜ ਆਵਾਂਗੇ, ਕਿਉਂਕਿ ਸਾਡਾ ਹੀਆ ਉਸ ਦੇ ਸਾਹਮਣੇ ਨੇੜੇ ਹੋ ਕੇ ਜਾਣ ਦਾ ਬਿਲਕੁਲ ਨਹੀਂ ਪੈਂਦਾ। ਇਹ ਬਚਨ ਸੁਣ ਕੇ ਦਾਸ ਉਹਨਾਂ ਨੂੰ ਨਾਲ ਲੈ ਕੇ ਮਾਈ ਦੇ ਪਵਿੱਤਰ ਪਾਵਨ ਦਰਸ਼ਨਾਂ ਲਈ ਅਰਦਾਸਾਂ ਸੋਧ ਕੇ ਤੁਰ ਪਿਆ। ਪਤਾ ਲੱਗਾ ਕਿ ਮਾਈ ਫਲਾਣੇ ਬਾਜ਼ਾਰ ਵਿੱਚ ਇੱਕ ਬੰਦ ਦੁਕਾਨ ਦੇ ਅੱਗੇ ਕੰਬਲ ਵਲੇਟੀ ਪਈ ਬਿਰਾਜਮਾਨ ਹੈ। ਨਾਲ ਦੇ ਸਿੰਘਾਂ ਨੇ ਦਾਸ ਨੂੰ ਖਾਸੀ ਦੂਰੋਂ ਹੀ, ਜਿੱਥੇ ਕਿ ਉਸ ਬਾਜ਼ਾਰ ਦਾ ਮੋੜ ਮੁੜਦਾ ਸੀ, ਸੈਨਤ ਕਰਕੇ ਮਾਈ ਨੂੰ ਦਿਖਾਇਆ ਕਿ ਉਹ ਕੰਬਲ ਵਲੇਟੀ ਪਈ ਹੈ। ਐਸ ਪਾਸੇ ਪਿੱਠ ਹੈ ਤੇ ਪਰਲੇ ਪਾਸੇ ਮੁਖ ਹੈ। ਮੁਖ ਵੀ ਕੰਬਲ ਦੇ ਅੰਦਰ ਹੀ ਸੀ। ਉਹ ਸਾਰੇ ਤਾਂ ਇਸ਼ਾਰਾ ਕਰਕੇ ਮੁੜਨ ਲੱਗੇ ਸਨ ਤੇ ਦਾਸ ਅੱਗੇ ਕਦਮ ਵਧਾਉਣ ਹੀ ਲੱਗਾ ਸੀ ਕਿ ਦਿਵ ਦ੍ਰਿਸ਼ਟੀ ਦੀ ਕਲਾ ਸੰਪਨ ਮਾਈ, ਪ੍ਰੇਮੀਆਂ ਦਰਸ ਪ੍ਰੇਮੀਆਂ ਦੀਆਂ ਪ੍ਰੇਮ ਤਾਰਾਂ ਦੀ ਜਾਣੂ ਮਾਈ ਇੱਕ ਬਿਜਲੀ ਵਾਲੀ ਤਾਣ ਤਰਬ ਨਾਲ ਦਾਸ ਦੀ ओर ਮੁਖਾਰਬਿੰਦ ਕਰਕੇ ਉੱਠ ਖੜੋਤੀ ਹੋਈ ਅਤੇ ਖਲੋ ਕੇ ਦੋਵੇਂ ਹੱਥ ਜੋੜ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਬੁਲਾਵੜਾ ਕੀਤਾ। ਦਾਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਨਾਲ ਦੇ ਸਿੰਘਾਂ ਦੀ ਵੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇੱਕ ਦੋ ਪ੍ਰੇਮੀ ਸੱਜਣ ਤਾਂ ਮੇਰੇ ਨਾਲ ਧੁਰ ਤਾਈਂ ਆ ਪੁੱਜੇ। ਮਾਈ ਆਪਣੀ ਪ੍ਰੇਮ ਲਟਕਦੀ ਮੌਜ ਵਿੱਚ ਉਸੇ ਤਰ੍ਹਾਂ ਹੱਥ ਜੋੜੀ ਖੜੀ ਸੀ ਕਿ ਦਾਸ ਨੇ ਜਾਣ ਸਾਰ ਚਰਨਾਂ ਉੱਤੇ ਢਹਿਣ ਦੀ ਕੀਤੀ, ਪਰੰਤੂ ਦਾਸ ਦਾ ਸੀਸ ਮਾਈ ਨੇ ਆਪਣੇ ਹਸਤ ਕਮਲਾਂ ਵਿੱਚ ਬੋਚ ਲਿਆ ਤੇ ਆਪਣੇ ਉੱਪਰਲਾ ਕੰਬਲ ਲਾਹ ਕੇ ਹੇਠਾਂ ਵਿਛਾਉਣ ਹੀ ਲੱਗੇ ਸਨ ਕਿ ਦਾਸ ਨੇ ਮਾਈ ਹੋਰਾਂ ਅੱਗੇ ਨਿਮਰੀ ਭੂਤ ਹੋ ਕੇ ਬੇਨਤੀ ਕੀਤੀ ਕਿ ਇਤਨੀ ਝਾਲ ਝੱਲਣ ਜੋਗਾ ਇਹ ਦਰਸ ਭਿਖਾਰੀ ਨਹੀਂ, ਧੂੜਾਂ ਵਿੱਚ ਲਿਟਣ ਵਾਲਾ ਹੈ। ਇਹ ਕਹਿ ਕੇ ਦਾਸ ਪੁੰਜੇ ਹੀ ਬੈਠ ਗਿਆ ਤੇ ਕੰਬਲ ਉਹਨਾਂ ਦੇ ਕੋਲ ਹੀ ਪਿਆ ਰਿਹਾ ਅਤੇ ਇੱਕ ਤਾਰ ਲਿਵਤਾਰ ਦੀ ਲਹਿਰ ਤੇ ਲਟਕ ਵਿੱਚ ਨਿਰਮਗਨ ਹੋ ਕੇ ਬੈਠ ਗਏ। ਜੈਸੇ ਮੌਜ ਕ੍ਰਿਸ਼ਮੇ ਵਾਲੀ ਬੈਠਣੀ ਮਾਈ ਹੋਰੀ ਉਸ ਵੇਲੇ ਬੈਠੇ ਸਨ, ਉਸ ਦਾ ਹੂਬਹੂ ਫੋਟੋ ਦਾਸ ਦੇ ਹਿਰਦੇ ਉੱਪਰ ਹੁਣ ਤਾਈਂ ਖਿੱਚਿਆ ਪਿਆ ਹੈ। ਮੇਰੇ ਮਨ ਹੀਰੇ ਨੂੰ ਠਾਰ ਲੈਣ ਵਾਲਾ ਉਹ ਕੌਤਕੀ ਕ੍ਰਿਸ਼ਮਾ ਅੱਖਰਾਂ ਵਿੱਚ ਉਕਰਿਆ ਜਾਣਾ ਅਤ ਅਸੰਭਵ ਹੈ। ਮੈਂ ਪੇਖਤ ਹੀ ਪੁਨੀਤ ਹੋ ਗਿਆ ਅਤੇ ਦਰਸ ਭੇਟ ਹੋਣ ਸਾਰ ਹੀ ਨਾਮ ਦਾ ਖੰਡਾ ਜ਼ੋਰੋ ਜ਼ੋਰ ਖੜਕਣ ਲੱਗ ਪਿਆ। ਮੈਨੂੰ ਮਾਈ ਦੀਆਂ ਗੋਜ ਆਤਮ ਤੇਜਮਈ ਸੈਨਤਾਂ
ਗੂੜ ਗਿਆਨ ਗੋਸ਼ਟ ਕਰਦੀਆਂ ਦਿਸਣ। ਦਾਸ ਦੀ ਤੇ ਉਹਨਾਂ ਦੇ ਅੰਦਰ ਦੀ ਗੋਝ ਕਥਾ ਇੱਕ ਮਿੱਕ ਹੋ ਗਈ। ਮੂੰਹੋਂ ਬੋਲਣ ਦੀ ਹੁਣ ਕਿਸ ਨੂੰ ਲੋੜ। ਓੜਕ ਮਾਈ ਜੀ ਇਸ ਬਿਧ ਮਧੁਰ ਬਚਨ ਬੋਲ ਕੇ ਦਾਸ ਦੀ ओर ਮੁਖਾਤਬ ਹੋਏ। ਮੁਸਾਫਰ ਹਾਂ ਪਰਾਹੁਣਾਚਾਰੀ ਕੀ ਕਰਾਂ, ਮੁਸਾਫਰ ਹਾਂ ਮੁਸਾਫਰ ਹਾਂ। ਇਵੇਂ ਜਿਵੇਂ ਪ੍ਰੇਮ ਬੈਰਾਗਣੀ ਮਧੁਰ ਧੁਨੀ ਉਹਨਾਂ ਦੇ ਮੁਖਾਰਬਿੰਦ ਤੋਂ ਨਿਕਲਦੀ ਰਹੀ। ਫੇਰ ਹੰਬਲਾ ਮਾਰ ਕੇ ਉੱਠੇ, ਕੰਬਲ ਚੁੱਕਿਆ ਅਤੇ ਦਾਸ ਨੂੰ ਉੱਥੇ ਹੀ ਬੈਠੇ ਰਹਿਣ ਦਾ ਇਸ਼ਾਰਾ ਕਰਕੇ ਝੁਲਦੇ ਮੌਲਦੇ ਇੱਕ ਫਲਾਂ ਵਾਲੇ ਦੀ ਦੁਕਾਨ ਉੱਤੇ ਜਾ ਫਿਰੇ ਅਤੇ ਉਸਦੇ ਟੋਕਰੇ ਵਿੱਚੋਂ ਲੁਕਾਟਾਂ ਦੀ ਝੋਲੀ ਭਰ ਲਿਆਂਦੀ ਅਤੇ ਦਾਸ ਉੱਤੇ ਤਰੁੱਠ ਕੇ ਆਖਣ ਲੱਗੀ, ਵਿਵੇਕੀਆਂ ਦਾ ਇਹ ਪ੍ਰਸ਼ਾਦ ਹੈ, ਪ੍ਰਵਾਨ ਕਰੋ। ਦਾਸ ਨੇ ਧਨ ਭਾਗ ਸਮਝ ਕੇ ਤੇ ਸੰਤ ਪ੍ਰਸ਼ਾਦ ਜਾਣ ਕੇ ਮਾਈ ਜੀ ਦੇ ਪ੍ਰੇਮ ਪ੍ਰਸ਼ਾਦ ਨੂੰ ਪੱਲੇ ਪਵਾ ਲਿਆ ਤੇ ਲੜ ਬੰਨ੍ਹ ਲਿਆ। ਫਿਰ ਦਾਸ ਵੱਲ ਵੇਖ ਵਿਗਸ ਕੇ ਨਿਹਾਲ ਨਿਹਾਲ ਦਾ ਖੁਸ਼ਾ ਬਖਸ਼ਿਆ ਤੇ ਇਉਂ ਆਖਿਆ, ਗੁਰੂ ਦੇ ਸਿੱਖਾ ਤੂੰ ਨਿਹਾਲ ਹੋਇਓ, ਸੋਹਣਾ ਦੀਵਾ ਸਤਿਗੁਰੂ ਨੇ ਜਗਾਇਆ ਹੈ। ਇਉਂ ਕਹਿ ਕੇ ਬਿਸਮਾਦ ਰੰਗਾਂ ਵਿੱਚ ਰੰਗੀਜ ਕੇ ਵੁੱਠ ਤਰੁੱਠਣੀ ਕ੍ਰਾਂਤ ਵਿੱਚ ਦਰਬ ਉੱਠੇ। ਦਾਸ ਨੇ ਬਿਣਿਆ ਲਾਈ ਕਿ ਕਿਰਪਾ ਕਰ ਅਸੀਸੜੀ ਦੇਵੋ ਕਿ ਇਹ ਦੀਵਾ ਇਵੇਂ ਜਿਵੇਂ ਹੀ ਦਗਦਾ ਜਗਦਾ ਰਹੇ। ਬਚਨ ਹੋਇਆ, ਇਹ ਜਗਮਗੀ ਜੋਤ ਘਤ ਅੰਤਰੀ ਨਾਮ ਦੀਵਾ ਹੋਰ ਵੀ ਲਟ ਲਟ ਜਗੂ। ਇਹ ਅਮੋਘ ਰੂਪੀ ਬਾਣ ਵਾਹ ਕੇ ਉਹ ਖੜੇ ਖੜੇ ਹੀ ਫੇਰ ਪ੍ਰੇਮ ਵਿੱਚ ਨਿਮਗਨ ਹੋ ਗਏ। ਅੱਖ ਉਗੜੀ ਤਾਂ ਵਿਦਾਇਗੀ ਦਾ ਇਸ਼ਾਰਾ ਹੋਇਆ। ਦਾਸ ਨੇ ਜੋਦੜੀ ਕੀਤੀ ਕਿ ਫੇਰ ਦਰਸ਼ਨ ਮੇਲੇ ਕਦੋਂ ਹੋਣਗੇ। ਉਚਾਰਨ ਹੋਇਆ ਕਿ ਅੰਤਰ ਆਤਮੇ ਮਿਲ ਰਹੇ ਸ਼ਬਦ ਮੇਲੀਆਂ ਦਾ ਸਦਾ ਹੀ ਮੇਲ ਬਣਿਆ ਹੋਇਆ ਹੈ, ਵਿਛੋੜਾ ਕਦੇ ਨਹੀਂ। ਉਂਝ ਪਰਸਪਰ ਸਨਮੁਖੀ ਦਰਸ਼ਨ ਦਿਦਾਰੇ ਤਾਂ ਹੁਣ ਧੁਰ ਦਰਗਾਹੀ ਹੀ ਹੋਣਗੇ। ਅਤੇ ਬਚਨ ਹੋਇਆ, ਅਸੀਸ ਹੋਈ, ਹੁਕਮ ਅਖੰਡ ਪਾਠਾਂ ਦੇ ਪ੍ਰਵਾਹ ਚਲਾਉਣ ਦਾ ਲੈ ਕੇ ਤੁਰੇ ਹੋ। ਜਾਓ ਦੇਸਾਂ ਨੂੰ, ਭਾਣੇ ਅੰਦਰ ਆਨੰਦ ਮਾਣੋ ਅਤੇ ਪੰਜਾ ਸਾਹਿਬ ਜੀ ਦੀ ਦਰਸ਼ਨ ਯਾਤਰਾ ਵੀ ਕਰਦੇ ਜਾਓ। ਇਸ ਪ੍ਰਕਾਰ ਦੇ ਗਿਣਵੇਂ ਮਿਣਵੇਂ ਬਚਨ ਹੋਏ। ਦਾਸ ਮਾਈ ਗੁਲਾਬ ਕੌਰ ਜੀ ਦੇ ਚਰਨਾਂ 'ਤੇ ਢਹਿ ਪਿਆ। ਉਹ ਨੇਤਰਾਂ ਵਿੱਚ ਪ੍ਰੇਮ ਬੈਰਾਗ ਨਾਲ ਜਲ ਭਰ ਲਿਆਏ। ਦਾਸ ਦੇ ਦੀਦੇ ਵੀ ਜਲ ਪੂਰਤ ਹੋ ਗਏ। ਫਿਰ ਦਇਆ ਕਰ ਦਾਸ ਨੂੰ ਬਾਹੋਂ ਫੜ ਕੇ ਸਾਵਧਾਨ ਕੀਤਾ ਤੇ ਥਾਪੜਾ ਦੇ ਕੇ ਤੋਰ ਦਿੱਤਾ। ਦਾਸ ਪੰਜਾ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਕੇ ਪਿੰਡ ਆਇਆ ਤੇ ਵਿਛੜੀ ਸੰਗਤ ਦੇ ਮੇਲੇ ਗੇਲੇ ਹੋਏ। ਗੁਰੂ ਦੀ ਅਪਾਰ ਕਿਰਪਾ ਨਾਲ ਅਖੰਡ ਕੀਰਤਨ ਤੇ ਅਖੰਡ ਪਾਠਾਂ ਦੇ ਸਮਾਗਮ ਲਗਾਤਾਰ ਪ੍ਰਾਪਤ ਹੋਣ ਲੱਗੇ ਅਤੇ ਆਤਮ ਬਿਰਤੀ ਦਿਨੋਂ ਦਿਨ ਚੜ੍ਹਦੀਆਂ ਕਲਾਂ ਵਿਖੇ ਨਾਮ ਰਸ ਵਿੱਚ ਲੀਨ ਹੁੰਦੀ ਜਾਵੇ। ਮੈਨੂੰ ਪੱਕਾ ਥਹੁ ਪਤਾ ਨਹੀਂ ਕਿ ਕਿੰਨਾ ਕੁ ਚਿਰ ਤੋਂ ਕਿਤਨੇ ਦਿਵਸ, ਮਹੀਨੇ ਅਥਵਾ ਬਰਸ ਇਸੇ ਆਨੰਦ ਬਿਰਤੀ ਵਿੱਚ ਨਿਰਵਿਘਨ ਵਿਹਾਏ। ਅਰਥਾਤ ਜੇਲ੍ਹ ਯਾਤਰਾ ਦਾ ਸਮਾਂ ਆ ਗਿਆ। ਕੇਲ ਕਰੰਤੇ ਹੰਝ ਨੂੰ ਵਿਘਨ ਰੂਪੀ ਅਚਿੰਤੇ ਬਾਜ ਆਣ ਪਏ। ਸੋ ਗੁਰੂ ਰੂਪੀ ਸਾਧ ਸੰਗਤ ਜੀਓ, ਕਿੰਨਾ ਪ੍ਰੇਰਨਾਮਈ ਪ੍ਰਸੰਗ ਹੈ ਇਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਮਾਈ ਗੁਲਾਬ ਕੌਰ ਜੀ ਬਾਰੇ ਕਿੰਨਾ ਪ੍ਰੇਰਨਾਮਈ ਪ੍ਰਸੰਗ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਕਰ ਰਹੇ ਹਨ। ਭਾਈ ਰਣਧੀਰ ਸਿੰਘ ਜੀ ਕਿੰਨੀ ਤੜਫ ਰੱਖਦੇ ਸਨ ਅਜਿਹੇ ਪਿਆਰਿਆਂ ਨੂੰ ਮਿਲਣ ਦੀ, ਅਤੇ ਜੋ ਪ੍ਰੇਮ ਦੇ ਵਿੱਚ ਭਿੱਜੇ ਹੋਏ ਅਜਿਹੇ ਪਿਆਰੇ ਹੁੰਦੇ ਹਨ ਉਹ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੇ। ਜਿਸ ਤਰ੍ਹਾਂ ਕਿ ਭਾਈ ਵੀਰ ਸਿੰਘ ਜੀ ਆਪਣੀ ਰਚਨਾ ਦੇ ਵਿੱਚ ਲਿਖਦੇ, ਮੇਰੇ ਛਿਪਣ ਦੀ ਇਹ ਚਾਹ ਬਣੀ ਹੀ ਰਹੇ। ਇਸੇ ਤਰ੍ਹਾਂ ਹੀ ਮਾਈ ਗੁਲਾਬ ਕੌਰ ਜੀ ਦੀ ਬਿਰਤੀ ਸੀ ਜੋ ਛਿਪ ਕੇ ਰਹਿਣਾ ਚਾਹੁੰਦੀ ਸੀ। ਅੰਤਰ ਆਤਮੇ ਉਹ ਠੰਡ ਵਰਤੀ ਹੋਈ ਸੀ। ਨਾਮ ਦੇ ਉਹ ਝਰਨੇ ਚੱਲ ਰਹੇ ਸਨ, ਪਰੰਤੂ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਮਾਈ ਇੰਨੇ ਨਾਮ ਦੇ ਵਿੱਚ ਰੰਗੀ ਹੋਈ ਹੈ। ਇੱਕ ਹੋਰ ਵੱਡੀ ਸੇਧ ਇਸ ਪ੍ਰਸੰਗ ਤੋਂ ਸਾਨੂੰ ਮਿਲਦੀ ਹੈ ਕਿ ਜਦੋਂ ਦੋ ਨਾਮੀਆਂ ਦਾ ਆਪਸ ਵਿੱਚ ਪਰਸਪਰ ਮਿਲਾਪ ਹੁੰਦਾ ਹੈ ਤਾਂ ਉਹਨਾਂ ਨੂੰ ਇਹ ਚਾਅ ਚੜ੍ਹ ਜਾਂਦਾ ਹੈ, ਉਹਨਾਂ ਦੇ ਅੰਦਰ ਤੜਫ ਉੱਠ ਜਾਂਦੀ ਹੈ।
ਚਾਹੇ ਉਹ ਕਿਸੇ ਨੂੰ ਨਾ ਮਿਲਦੇ ਹੋਣ, ਕਿਸੇ ਪ੍ਰਤੀ ਉਹਨਾਂ ਨੂੰ ਦੇਖਣ ਦਾ ਜਜ਼ਬਾ ਨਾ ਹੋਵੇ, ਪਰੰਤੂ ਜੇਕਰ ਅਜਿਹਾ ਨਾਮ ਦੇ ਵਿੱਚ ਰੰਗਿਆ ਹੋਇਆ ਕੋਈ ਗੁਰੂ ਦਾ ਪਿਆਰਾ ਦਰਸ਼ਨ ਕਰਨ ਆਉਂਦਾ ਹੈ, ਮਿਲਣ ਆਉਂਦਾ ਹੈ, ਤਾਂ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਜਦੋਂ ਹੀ ਮਾਈ ਗੁਲਾਬ ਕੌਰ ਜੀ ਨੂੰ ਅੰਤਰ ਆਤਮੇ ਇਹ ਸੰਦੇਸ਼ ਪਹੁੰਚਦਾ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜੋ ਕਿ ਖੁਦ ਨਾਮ ਜਪੰਦੜੀ ਲਾਲੀ ਸਨ, ਉਹ ਮਿਲਣ ਆ ਰਹੇ ਹਨ, ਤਾਂ ਉਹ ਉਸੇ ਵਕਤ ਉਹਨਾਂ ਦੇ ਦਰਸ਼ਨ ਦਿਦਾਰਿਆਂ ਦੇ ਲਈ ਉਹਨਾਂ ਦੇ ਸਨਮੁਖ ਆ ਜਾਂਦੇ ਹਨ ਅਤੇ ਫਤਿਹ ਗਜਾਉਂਦੇ ਹਨ। ਜਿਨ੍ਹਾਂ ਲੋਕਾਂ ਨੂੰ ਇਹ ਪ੍ਰਤੀਤ ਹੁੰਦਾ ਸੀ ਕਿ ਮਾਈ ਕਿਸੇ ਨਾਲ ਨਹੀਂ ਮਿਲਦੀ, ਮਾਈ ਕਿਸੇ ਨੂੰ ਕੁਝ ਵੀ ਕਹਿ ਦਿੰਦੀ ਹੈ, ਮੰਦਾ ਚੰਗਾ ਬੋਲਦੀ ਹੈ, ਇੱਟਾਂ ਰੋੜੇ ਮਾਰਦੀ ਹੈ, ਉਹ ਭਾਈ ਰਣਧੀਰ ਸਿੰਘ ਜੀ ਦੇ ਲਈ ਪ੍ਰਸ਼ਾਦ ਲੈ ਕੇ ਆਉਂਦੀ ਹੈ, ਫਰੂਟ ਲੈ ਕੇ ਆਉਂਦੀ ਹੈ। ਕਿੰਨਾ ਪ੍ਰੇਮ ਹੈ, ਕਿੰਨਾ ਚਾਅ ਹੈ। ਇਸੇ ਲਈ ਤਾਂ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਤਿਨਾਂ ਦੇਖ ਮਨ ਚਾਉ ਉਠੰਦਾ, ਕਿ ਅਜਿਹੇ ਪਿਆਰਿਆਂ ਨੂੰ ਦੇਖਣ ਦੇ ਨਾਲ ਚਾਅ ਚੜ੍ਹ ਜਾਂਦਾ ਹੈ। ਇਹ ਬਿਰਤੀ ਦੁਨਿਆਵੀ ਤੌਰ 'ਤੇ ਸਮਝ ਆਉਣੀ ਔਖੀ ਹੈ। ਅਸੀਂ ਸੇਧ ਲਈਏ ਇਸ ਪ੍ਰਸੰਗ ਤੋਂ ਕਿ ਕਦੇ ਕਿਸੇ ਫਕੀਰ ਨੂੰ, ਫੱਕਰ ਨੂੰ ਦੇਖ ਕੇ ਉਸ ਦਾ ਮਜ਼ਾਕ ਨਾ ਬਣਾਈਏ, ਉਸ ਦੇ ਪ੍ਰਤੀ ਨੈਗੇਟਿਵ ਭਾਵਨਾ ਨਾ ਲੈ ਕੇ ਆਈਏ। ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਕੋਈ ਫੱਕਰ ਫਕੀਰ ਕਿਸ ਤਰ੍ਹਾਂ ਦੀ ਭਾਵਨਾ ਦੇ ਨਾਲ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਚੁੱਕਿਆ ਹੈ। ਸਾਨੂੰ ਸਿਰਫ ਅਜਿਹੇ ਫੱਕਰ ਫਕੀਰਾਂ ਦੀ ਅਰਦਾਸ ਲੈਣੀ ਚਾਹੀਦੀ ਹੈ, ਗੁਰਮੁਖ ਪਿਆਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਕੋਸ਼ਿਸ਼ ਕਰੀਏ ਉਸ ਦਾ ਮਾੜਾ ਵੀ ਨਾ ਕਰੀਏ, ਉਸ ਦੇ ਪ੍ਰਤੀ ਗਲਤ ਖਿਆਲ ਵੀ ਆਪਣੇ ਮਨ ਵਿੱਚ ਨਾ ਲਿਆਈਏ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਡੀ ਅਜਿਹੀ ਬੁੱਧੀ ਹੋ ਜਾਵੇ ਜਿਸ ਦੇ ਵਿੱਚ ਸਤਿਗੁਰੂ ਜੀ ਆਪ ਵਰਤਨ ਅਤੇ ਅਸੀਂ ਅਰਦਾਸ ਕਰੀਏ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਸਾਡੀ ਬੁੱਧ ਵਿਵੇਕ ਹੋ ਜਾਵੇ, ਨਾਮ ਦੇ ਵਿੱਚ ਰੰਗੀ ਜਾਵੇ। ਨਾਮ ਦਾ ਜੋ ਖੰਡਾ ਭਾਈ ਸਾਹਿਬ ਦੇ ਜ਼ਿਹਨ ਵਿੱਚ ਖੜਕ ਰਿਹਾ ਸੀ, ਉਹ ਸਾਡੇ ਮਸਤਕ ਦਾ ਵੀ ਭਾਗ ਬਣ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।